बिस्मिल्लाहिर्रहमानिर्रहीम। अस्सलाम वालेकुम जी। ਜ਼ਿਮੀਂਦਾਰ ਭਰਾਓ, ਕੀ ਹਾਲ ਹੈ? ਠੀਕ ਹੋ? ਅੱਜ ਅਸੀਂ ਗੱਲ ਕਰਾਂਗੇ ਫਾਰਮਰ ਦੇ ਬਾਰੇ 'ਚ ਵੀ ਤੇ ਖਾਦਾਂ ਦੇ ਬਾਰੇ 'ਚ ਵੀ ਤੇ ਮਹਿੰਗਾਈ ਦੇ ਬਾਰੇ 'ਚ। ਅੱਜ ਤਿੰਨ ਟਾਪਿਕ ਨੇ ਸਾਡੇ ਕੋਲ। ਪਹਿਲਾ ਟਾਪਿਕ ਤੇ ਮੈਂ ਖਾਦ ਦੇ ਬਾਰੇ 'ਚ ਛੇੜਾਂਗਾ, ਕਿਉਂਕਿ ਮੈਨੂੰ ਰਾਤ ਨੂੰ ਆਲਮੋਸਟ ਕੁਛ ਵੀ ਨਹੀਂ ਤੇ 30 ਤੋਂ 40 ਬੰਦਿਆਂ ਦੇ ਮੈਸੇਜ ਆਏ ਨੇ। ਉਹਨਾਂ ਦੇ ਮੈਸੇਜ ਸੇਮ ਹੀ ਇਹ ਰਲਦੇ ਮਿਲਦੇ। ਕਈ ਜਗ੍ਹਾ ਤੇ ਮੈਸੇਜ ਆਏ ਨੇ, ਗੁਜਰ ਸਾਹਿਬ ਤੁਹਾਡੇ ਖਾਦਾਂ ਇਸ ਇਲਾਕੇ 'ਚ, ਇਲਾਕਾ ਵੀ ਨਾਲ ਤੁਹਾਨੂੰ ਦੱਸ ਦਿੰਦਾ, ਲਈਆ ਬੱਕਰ, ਉੱਥੇ ਖਾਦਾਂ ਤੁਹਾਡੀਆਂ 2 ਨੰਬਰ ਸੇਲ ਹੁੰਦੀਆਂ ਪਈਆਂ ਨੇ। ਤੇ ਸਾਨੂੰ ਤਾਂ ਪਤਾ ਹੈ ਤੁਹਾਡੇ ਬੈਗ ਦਾ, ਤੁਹਾਡੇ ਸਾਰੇ ਸਿਸਟਮ ਦਾ। ਅਸੀਂ ਉਹਦੇ ਕੋਲੋਂ ਇਨਵਾਇਸ ਮੰਗੀ ਹੈ ਤੇ ਉਹਨੇ ਇਨਵਾਇਸ ਨਹੀਂ ਸਾਨੂੰ ਦਿੱਤੀ, ਤੇ ਉੱਥੋਂ ਸਾਨੂੰ ਸਾਬਤ ਹੋ ਗਿਆ ਕਿ ਖਾਦਾਂ 2 ਨੰਬਰ ਨੇ। ਬਕਾਇਆ ਫਿਰ ਉਹਨਾਂ ਖੋਲ ਕੇ ਬਕਾਇਦਾ ਮੈਨੂੰ ਤਸਵੀਰਾਂ ਸੈਂਡ ਕੀਤੀਆਂ ਨੇ, ਤੇ ਉਹ ਤਸਵੀਰਾਂ 'ਚ ਵਿੱਚ ਉਹ ਖਾਦ ਦੂਰ ਦੂਰ ਤੱਕ ਰਲਦੀ ਮਿਲਦੀ ਇਹੀ ਕੋਈ ਨਹੀਂ ਪਈ। ਗੱਲ ਕਰਦੇ ਹੈ PMAP 1261 ਤੇ ਕੋਈ 2 ਨੰਬਰ ਹੀ। ਇੱਕ ਹੋਰ ਭਾਈ ਨੇ ਦੱਸਿਆ ਮੈਨੂੰ, ਉਹ ਆਇਆ ਰੇਂਜਰ ਹਾਂ ਤੋਂ, ਉਹਦੀ ਮੈਸੇਜ ਆਇਆ ਜੀ SOP 2 ਨੰਬਰ ਨਿਕਲੀ ਹੈ, ਤੇ ਲੇਕਿਨ ਮੇਰੀ ਨਹੀਂ, ਕਿਸੇ ਹੋਰ ਕੰਪਨੀ ਕੋਲ ਲੈਣ, ਮੈਂ ਨਾਂ ਨਹੀਂ ਲੈਂਦਾ, ਉੱਥੋਂ ਲਈ ਹੈ ਜੀ SOP 2 ਨੰਬਰ ਹੈ। ਉਹਦੇ ਵਿੱਚ ਸਰ ਪੋਟਾਸ਼ ਹੈ 55%, ਤੇ ਕਲੋਰਾਈਡ ਉਹਦੀ ਅਨਲਿਮਟਿਡ, ਤੇ ਸਲਫਰ ਹੈ ਹੀ ਕੋਈ ਨਹੀਂ। ਇਹਦਾ ਮਤਲਬ ਹੈ ਸਿੰਪਲ ਕਿ ਉਹ SOP ਪੋਟਾਸ਼ੀਅਮ ਸਲਫੇਟ ਨਹੀਂ ਹੈ, ਉਹ MOP ਹੈ, ਜਿਹਦੇ 'ਚ ਪੋਟਾਸ਼ ਤੇ ਹੁੰਦੀ ਹੈ, ਸਲਫਰ ਨਹੀਂ ਹੁੰਦਾ, ਔਰ ਕਲੋਰਾਈਡ ਬਹੁਤ ਜ਼ਿਆਦਾ ਹੁੰਦਾ ਹੈ, ਜਿਹੜੀ ਸਾਡੀਆਂ ਜ਼ਮੀਨਾਂ ਵਾਸਤੇ ਬਹੁਤ ਨੁਕਸਾਨਦੇਹ ਹੈ, ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਇਸ ਗੱਲ ਵਾਸਤੇ ਮੈਂ ਉਹਨਾਂ ਨੂੰ ਰਾਤੀ ਫੋਨ ਤੇ ਮੇਰੀ ਬਹਿਸਾਂ ਗੱਲਾਂ ਹੁੰਦੀਆਂ ਰਹੀਆਂ ਨੇ, ਲੇਕਿਨ ਮੇਰਾ ਹੁਣ ਵੀਡੀਓ ਬਣਾਉਣੇ ਦਾ ਮਕਸਦ ਇਹ ਵੇ ਕਿ ਯਾਰ ਮੈਂ ਬਾਰ-ਬਾਰ ਇੱਕ ਚੀਜ਼ ਤੁਹਾਨੂੰ ਦੱਸਣਾ ਪਿਆ, ਬਾਰ-ਬਾਰ ਰਿਕੁਐਸਟ ਕਰਨਾ ਪਿਆ ਕਿ ਭਾਈਜਾਨ ਜਿਹਦੇ ਕੋਲੋਂ ਵੀ ਮਾਲ ਲੈਣਾ ਉਹਦੇ ਕੋਲੋਂ ਇਨਵਾਇਸ ਜ਼ਰੂਰ ਲੈਣੀ ਹੈ, ਇਨਵਾਇਸ ਤੋਂ ਬਗੈਰ ਕੰਮ ਨਹੀਂ ਕਰਨਾ। ਤੇ ਫਿਰ ਵੀ ਯਾਰ ਤੁਸੀਂ ਕਮ ਸੇ ਕਮ ਨਾ ਸਮਝੋ, ਤੇ ਹੁਣ ਮੈਂ ਕੀ ਇਸ ਚੀਜ਼ ਦੇ ਬਾਰੇ 'ਚ ਕਹਿ ਸਕਣਾ। ਤੁਸੀਂ ਇਨਵਾਇਸ ਲਓ, ਸੈਂਪਲ ਕਰਾਓ। ਹੁਣ ਮੈਨੂੰ ਬੜੀ ਖੁਸ਼ੀ ਹੋਈ ਹੈ, ਹਾਲਾਂਕਿ ਰਾਤੀ ਮੈਨੂੰ 11:30 12 ਵਜੇ ਮੈਸੇਜ ਆਏ ਨੇ, ਤੇ ਮੈਂ ਜਾਗਦਾ ਹਾਂ ਪਿਆ, ਤੇ ਮੈਂ ਰਿਪਲਾਈ ਵੀ ਦਿੱਤਾ। ਫਿਰ ਮੈਂ ਨਹੀਂ ਕਿ ਮੈਂ ਰਿਪਲਾਈ ਵੀ 11:30 12 ਵਜੇ ਵੀ ਰਿਪਲਾਈ ਦਿੱਤਾ ਹੈ। ਕਿਉਂ ਕਿ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਯਾਰ ਕਮ ਸੇ ਕਮ ਮੈਂ ਅਗਰ ਕੋਈ ਵੀਡੀਓ ਬਣਾਉਣਾ ਪਿਆ ਤੇ ਵੀਡੀਓ ਦਾ ਕੋਈ ਅਸਰ ਹੁੰਦਾ ਪਿਆ, ਕਮ ਸੇ ਕਮ ਬੰਦਿਆਂ ਦੇ ਵਿੱਚ ਸ਼ਊਰ ਆਉਂਦਾ ਪਿਆ, ਉਹ ਇਨਵਾਇਸ ਸੈਂਪਲ ਦੇ ਮਗਰ ਹੁਣ ਪੈਂਦੇ ਪਏ ਨੇ। ਤੇ ਇਸ ਤੋਂ ਵੱਡੀ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਸਾਡੇ ਫਾਰਮਰ ਜ਼ਿਮੀਂਦਾਰ ਨੂੰ ਜਿੰਨਾ ਨੌਲੇਜ ਆਵੇਗਾ ਨਾ, ਓਨਾ ਹੀ ਸਾਨੂੰ ਵੀ ਫਾਇਦਾ ਹੈ, ਤੇ ਜ਼ਿਮੀਂਦਾਰ ਨੂੰ ਵੀ, ਫਾਰਮਰ ਨੂੰ ਵੀ ਫਾਇਦਾ ਹੈ। ਇਹ ਤੇ ਗੱਲ ਹੋ ਗਈ। ਇਹ ਤੇ ਰੂਟੀਨ ਦੇ ਮੁਤਾਬਕ ਤੁਹਾਡੇ ਨਾਲ ਗੱਲਾਂ ਕਰਨਾ। ਦੂਸਰਾ ਟਾਪਿਕ ਆ ਗਿਆ ਮਹਿੰਗਾਈ ਤੇ। ਮਹਿੰਗਾਈ ਹੁਣ ਇਸ ਵਕਤ 2-3 ਚੀਜ਼ਾਂ ਤੇ ਬੜੀ ਮਾਰ ਪੈਂਦੀ ਪਈ ਹੈ। ਸਭ ਨਾਲੋਂ ਵੱਡੀ ਮਾਰ ਕਿਹਦੇ ਤੇ ਪੈਂਦੀ ਪਈ ਹੈ? ਸਾਡੀ ਗੌਰਮੈਂਟ ਦੀ ਵਜ੍ਹਾ ਨਾਲ। ਸਾਡੀ ਗੌਰਮੈਂਟ ਦੀ ਵਜ੍ਹਾ ਨਾਲ ਮਾਰ ਇਸ ਗੱਲੇ ਪੈਂਦੀ ਪਈ ਹੈ ਕਿ ਹੁਣ ਫਰਟੀਲਾਈਜ਼ਰ ਦਿਨ ਬ ਦਿਨ ਮਹਿੰਗੀ ਹੁੰਦੀ ਪਈ ਹੈ, ਦਿਨ ਬ ਦਿਨ ਮਹਿੰਗੀ ਹੋਣ ਲੱਗੀ ਹੈ। ਹੁਣ ਰਾਈਸ ਚੱਲਦਾ ਪਿਆ, ਧਾਨ ਚਲਦੀ ਪਈ ਹੈ, ਕਈ ਜਗ੍ਹਾ ਤੇ ਮੱਕੀ ਚਲਦੀ ਪਈ ਹੈ, ਕਈ ਜਗ੍ਹਾ ਤੇ ਕਪਾਹ ਵੀ ਚੱਲਣ ਲੱਗੀ ਹੈ, ਤੇ ਹੁਣ ਫਰਟੀਲਾਈਜ਼ਰ ਬੜੀ ਮਹਿੰਗੀ ਹੋਈ ਜਾਂਦੀ ਪਈ। ਲੇਕਿਨ ਜਿਉਂ ਹੀ ਜਿਸ ਦਿਨ ਹੀ ਧਾਨ ਦੀ, ਮੱਕੀ ਦੀ, ਕਪਾਹ ਦੀ ਵਾਰੀ ਆਉਣੀ ਹੈ ਨਾ ਸੇਲ ਕਰਨੇ ਦੀ, ਉਸ ਵਕਤ ਉਹਦੇ ਰੇਟ ਥੱਲੇ ਢਹਿ ਪੈਣੇ ਨੇ। ਰੇਟ ਥੱਲੇ ਢਹਿ ਪਏ, ਫਾਰਮਰ ਤੇ ਉੱਥੇ ਹੀ ਅੱਧਾ ਲੱਕ ਟੁੱਟ ਗਿਆ ਉਹਦਾ ਕੀ ਕਰਨਾ? ਇਨਵੈਸਟਰ ਨੇ ਵਿੱਚ ਪੈਣਾ, ਇਨਵੈਸਟਰ ਨੇ ਚੁੱਕ ਲੈਣਾ ਮਾਲ ਸਾਰਾ ਫਾਰਮਰ ਕੋਲ। ਉਹਨੇ ਚੁੱਕ ਕੇ ਕੋਈ ਮਹੀਨਾ ਕੋ ਰੱਖਣਾ, ਬਸ ਜ਼ਿਆਦਾ ਤੋਂ ਜ਼ਿਆਦਾ ਮਹੀਨੇ ਤੋਂ ਬਾਅਦ ਜਨਾਬ ਉਹ ਹੀ ਰੇਟ ਡਬਲ ਹੋ ਜਾਣਾ। ਫਾਰਮਰ ਭੜਕ ਗਿਆ। ਫਾਰਮਰ ਨੂੰ ਕੀ ਫਾਇਦਾ ਹੋਇਆ? ਪੂਰਾ ਦਿਨ ਮਿਹਨਤ ਕਰਕੇ, ਰਾਤਾਂ ਜਾ ਕੇ, 100 ਦਿਨ ਦੀ ਫਸਲ ਤੇ ਮਿਹਨਤ ਕਰਨਾ ਸੌਖੀ ਗੱਲ ਨਹੀਂ ਹੈ। 100 ਦਿਨ ਦਾ ਨਾਂ ਲੈ ਛੱਡੀ ਦਾ ਰਾਈਸ ਦਾ,
ਰਾਈਸ ਹੋ ਗਈ, ਮੱਕੀ ਹੋ ਗਈ, ਇੰਨੇ ਦਿਨ ਤੇ ਚਲਦੀ ਪਈ ਹੈ ਤੇ ਜਨਾਬ ਜੀ ਐਂਡ ਤੇ ਜਾ ਕੇ ਅਗਰ ਕੀਮਤ ਢਹਿ ਪਵੇ ਤੇ ਉੱਥੇ ਕੀ ਕਰੇਗਾ ਫਾਰਮਰ? ਅੱਗੂ ਫਾਰਮਰ ਖੇਤੀ ਕਰੇਗਾ? ਬਿਲਕੁਲ ਨਹੀਂ ਕਰੇਗਾ। ਇਸ ਗੱਲ ਵਾਸਤੇ ਮੈਂ ਗੌਰਮੈਂਟ ਅੱਗੇ ਵੀ ਅਪੀਲ ਕਰਨਾ ਤੇ ਉਹਨਾਂ ਅੱਗੇ ਰਿਕੁਐਸਟ ਕਰਨਾ, ਅਗਰ ਮੇਰੀ ਗੱਲ ਕਿਸੇ ਤੱਕ ਪਹੁੰਚ ਜੇ ਤੇ ਸਾਰੇ ਫਾਰਮਰ ਭਰਾ, ਸਾਰੇ ਟਿਕਟਾਕਰ ਭਰਾ ਇਸ ਚੀਜ਼ ਵੱਲ ਤਵੱਜੋ ਦੇਣ, ਅਸੀਂ ਫਾਰਮਰ ਦੇ ਬਾਰੇ 'ਚ ਵੀ ਸੋਚੀਏ, ਉਹਨਾਂ ਦਾ ਵੀ ਸਾਥ ਦਈਏ, ਉਹਨਾਂ ਦਾ ਵੀ ਰੇਟ ਜਿਹੜਾ ਹੁੰਦਾ ਅਸੀਂ ਉੱਤੇ ਕਰਾਈਏ। ਹੁਣ ਕਈ ਜਗ੍ਹਾ ਤੇ ਮੈਂ ਵੇਖਿਆ ਸ਼ੂਗਰ ਕੈਨ ਫਾਰਮਰ ਨੇ ਮਿਲ ਕੇ ਉਹਨਾਂ ਨੂੰ ਗੌਰਮੈਂਟ ਅੱਗੇ ਅਪੀਲ ਕੀਤੀ ਹੈ ਕਿ ਸਾਡੇ ਰੇਟ ਜ਼ਿਆਦਾ ਕਰੋ, ਰੇਟ ਘੱਟ ਨੇ, ਤੇ ਬੜੀ ਅੱਛੀ ਗੱਲ ਹੈ, ਕਰਨੀ ਚਾਹੀਦੀ ਹੈ। ਮੈਂ ਵੀ ਇਸ ਕੰਮ 'ਚ ਤੁਹਾਡੇ ਨਾਲ ਹਾਂ, ਜਿੱਥੇ ਮੇਰੀ ਜ਼ਰੂਰਤ ਹੈ ਮੈਨੂੰ ਦੱਸੋ, ਮੈਂ ਵੀ ਪਹੁੰਚਾਂਗਾ। ਇਸ ਚੀਜ਼ ਦੀ ਅਪੀਲ ਕਰਨੀ ਚਾਹੀਦੀ ਹੈ, ਤੁਹਾਡਾ ਹੱਕ ਹੈ, ਤੁਹਾਡਾ ਰਾਈਟ ਹੈ। ਅਗਰ ਤੁਸੀਂ ਆਪਣੇ ਹੱਕ ਵਾਸਤੇ ਆਵਾਜ਼ ਨਹੀਂ ਉਠਾਣੀ ਤੇ ਮੈਨੂੰ ਦੱਸੋ ਕਦੋਂ ਆਵਾਜ਼ ਉਠਾਣੀ ਜੇ? ਆਪਣੇ ਹੱਕ ਵਾਸਤੇ ਆਵਾਜ਼ ਤੁਸੀਂ ਲਾਜ਼ਮੀ ਉਠਾਓ। ਇੰਜ ਹੋ ਹੀ ਨਹੀਂ ਸਕਦਾ ਕਿ ਤੁਸੀਂ ਆਵਾਜ਼ ਦਬਾ ਕੇ ਰੱਖੋ, ਨਹੀਂ, ਆਵਾਜ਼ ਚੁੱਕੋ। ਆਵਾਜ਼ ਚੁੱਕੋਗੇ ਤੇ ਫਿਰ ਹੀ ਤੁਹਾਨੂੰ ਕੋਈ ਚੀਜ਼ ਦਾ ਰਿਜ਼ਲਟ ਸਾਹਮਣੇ ਆਵੇਗੀ, ਤੁਹਾਡਾ ਰਾਈਟ ਹੈ। ਇੰਜੇ ਹੀ ਮੱਕੀ ਆਉਂਦੀ ਹੈ, ਮੱਕੀ ਵਾਸਤੇ ਵੀ ਆਵਾਜ਼ ਉਠਾਣੀ ਚਾਹੀਦੀ ਹੈ। ਆਵਾਜ਼ ਉਠਾਓ ਕਿ ਸਾਨੂੰ ਰੇਟ ਹੈ ਚਾਹੀਦਾ, ਨਹੀਂ ਰੇਟ ਮਿਲਦਾ ਰੱਖ ਛੜੋ, ਕਮਰਿਆਂ 'ਚ ਰੱਖ ਛੜੋ ਅੰਦਰ, ਲੇਕਿਨ ਇਨਵੈਸਟਰ ਫਾਇਦਾ ਚੁੱਕ ਜੇ, ਮੈਨੂੰ ਦੱਸੋ ਦਾ ਕੀ ਫਾਇਦਾ? ਹੁਣ ਸਭ ਨਾਲ ਵੱਡੀ ਮਾਰ ਹੈ ਸਾਡਾ ਫਾਰਮਰ ਹੈ, ਗਰੀਬ ਫਾਰਮਰ, ਉਹ ਆਪਣੇ ਕੋਲ ਸਟਾਕ ਨਹੀਂ ਕਰ ਸਕਦਾ, ਇੰਨੀ ਕਪੈਸਿਟੀ ਨਹੀਂ ਹੈ ਉਹਦੇ ਕੋਲ, ਲੇਕਿਨ ਅਸੀਂ ਉਹਦਾ ਹੀ ਇਨਵੈਸਟਰ ਉਹਦਾ ਹੀ ਫਾਇਦਾ ਚੁੱਕਦਾ, ਉਹਦੇ ਕੋਲ ਸਟਾਕ ਚੁੱਕ ਲੈਂਦਾ, ਉਹਨੂੰ ਅੱਧੋ ਅੱਧ ਪੈਸੇ ਦੇ ਛੱਡਦਾ, ਬਾਜੀ ਸਟਾਕ ਚੁੱਕ ਲਿਆ, ਕੋੜੀਆਂ ਦੇ ਭਾਅ ਸਟਾਕ ਚੁੱਕ ਲੈਂਦਾ, ਗੰਦਮ ਚੁੱਕ ਲਈ, ਰਾਈਸ ਚੁੱਕ ਲਈ, ਕੋਈ ਵੀ ਚੁੱਕ ਲਿਆ। ਮੈਨੂੰ ਦੱਸੋ ਉਹਦੇ ਵਿੱਚ ਫਾਰਮਰ ਨੇ ਤੇ ਉਹ ਜਿਹੜੀ ਜ਼ਮੀਨ ਬੀਜੀ ਸੀ ਉਹਦਾ ਵੀ ਪੈਸੇ ਪੂਰੇ ਨਹੀਂ ਹੋਏ, ਖਾਦਾਂ ਦੇ ਵੀ ਪੈਸੇ ਪੂਰੇ ਨਹੀਂ ਹੋਏ, ਅੱਗੂ ਫਾਇਦਾ ਤੇ ਬਾਅਦ ਦੀ ਗੱਲ ਹੈ, ਤੇ ਉੱਥੇ ਫਾਰਮਰ ਕੀ ਕਰੇਗਾ? ਇਸ ਗੱਲ ਵਾਸਤੇ ਮੇਰੇ ਸਾਰੇ ਭਰਾਵਾਂ ਅੱਗੇ ਰਿਕੁਐਸਟ ਹੈ ਕਿ ਫਾਰਮਰ ਦੇ ਨਾਲ ਆਵਾਜ਼ ਉਠਾਓ। ਅਸੀਂ ਵੀ ਨਾਲ ਹਾਂ, ਅਸੀਂ ਵੀ ਜਿੰਨੀ ਕੁ ਹੋ ਸਕਦੀ, ਮੈਂ ਤੇ ਹਰ ਵੀਡੀਓ ਵਿੱਚ ਉਠਾਉਣਾ ਆਵਾਜ਼ ਫਾਰਮਰ ਦੇ ਨਾਲ। ਸ਼ੂਗਰ ਕੈਨ ਤੇ ਵੀ ਉਠਾਓ ਤੁਸੀਂ, ਵੀਟ ਤੇ ਵੀ ਉਠਾਓ ਤੁਸੀਂ, ਰਾਈਸ ਤੇ ਵੀ ਉਠਾਓ ਤੁਸੀਂ, ਮੱਕੀ ਤੇ ਵੀ ਉਠਾਓ ਤੁਸੀਂ, ਕਪਾਸ ਤੇ ਵੀ ਉਠਾਓ। ਹਰ ਫਸਲ ਤੇ ਤੁਹਾਡਾ ਰਾਈਟ ਬਣਦਾ ਹੈ ਆਵਾਜ਼ ਉਠਾਉਣਾ, ਕਿਉਂਕਿ ਖਾਦਾਂ ਮਹਿੰਗੀਆਂ ਹੁੰਦੀਆਂ ਨੇ। ਅਸੀਂ ਸਾਡੀ ਜਿੰਨੀ ਕੁ ਕੋਸ਼ਿਸ਼ ਹੁੰਦੀ ਹੈ, ਅਸੀਂ ਜਿੰਨਾ ਘੱਟ ਕਰ ਸਕੀਏ, ਜਿੰਨੀ ਅਪੀਲ ਕਰ ਸਕੀਏ ਗੌਰਮੈਂਟ ਅੱਗੇ ਕਰਨੇ ਆ ਕਿ ਟੈਕਸ ਘੱਟ ਕਰੋ। ਅਗਰ ਟੈਕਸ ਘੱਟ ਹੋਣ ਦੇ ਤੇ ਫਰਟੀਲਾਈਜ਼ਰ ਆਟੋਮੈਟਿਕਲੀ ਥੱਲੇ ਆ ਜਾਏਗੀ। ਕਿਸੇ ਚੀਜ਼ ਤੇ ਜਿੰਨਾ ਟੈਕਸ ਪਵੇਗਾ ਨਾ ਓਨੀ ਹੀ ਚੀਜ਼ ਮਹਿੰਗੀ ਹੋ ਜਾਏਗੀ। ਅਸੀਂ ਉਧਰ ਆਪਣੀ ਅਪੀਲ ਕਰਨ ਲੱਗੇ ਹਾਂ ਕਿ ਟੈਕਸ ਘਟਾਓ, ਟੈਕਸ ਘਟੇਗਾ ਤੇ ਆਟੋਮੈਟਿਕ ਰੇਟ ਥੱਲੇ ਆ ਜਾਣ ਦੇ, ਲੇਕਿਨ ਫਾਰਮਰ ਵੀ ਇਸ ਚੀਜ਼ ਨੂੰ ਲਾਜ਼ਮ ਅਪੀਲ ਕਰੇ, ਲਾਜ਼ਮ ਇhtਜਾਜ ਕਰੇ ਕਿ ਸਾਨੂੰ ਇਹ ਰੇਟ ਵਧਾਓ, ਸਾਡੇ ਰੇਟ ਵਧਾਓ। ਜਿਸ ਦਿਨ ਵੀ ਫਸਲ ਪੱਕਦੀ ਹੈ, ਤਿਆਰ ਹੁੰਦੀ ਹੈ, ਉਸ ਟਾਈਮ ਰੇਟ ਥੱਲੇ ਆ ਜਾਂਦੇ ਨੇ। ਇਹ ਚੀਜ਼ ਵਾਸਤੇ ਸਾਨੂੰ ਲਾਜ਼ਮ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਆਵਾਜ਼ ਉਠਾਓ, ਕਿਉਂਕਿ ਮਹਿੰਗਾਈ ਦੇ ਖਿਲਾਫ ਆਵਾਜ਼ ਉਠਾਉਣਾ ਬਣਦਾ ਹਰ ਇੱਕ ਦਾ ਰਾਈਟ ਹੈ। ਹਰ ਮੁਸਲਮਾਨ ਦਾ ਇਹ ਚੀਜ਼ ਦਾ ਰਾਈਟ ਬਣਦਾ ਕਿ ਉਹ ਆਪਣੀ ਮਿਹਨਤ ਦਾ ਫਲ ਮੰਗੇ, ਮਿਹਨਤ ਦਾ ਫਲ ਮੰਗਣਾ ਚਾਹੀਦਾ, ਹਰ ਸੂਰਤ ਵਿੱਚ ਮੰਗਣਾ ਚਾਹੀਦਾ। ਹੁਣ ਮੇਨ ਚੀਜ਼ ਇਸ ਵਕਤ ਹੈ ਮਹਿੰਗਾਈ ਚੱਲ ਰਹੀ ਹੈ, ਮੇਨ ਚੀਜ਼ ਤੇ ਮਹਿੰਗਾਈ ਹੈ, ਫਾਰਮਰ ਪਿਸ ਰਿਹਾ ਮਹਿੰਗਾਈ ਦੀ ਵਜ੍ਹਾ ਨਾਲ। ਮੈਂ ਕੱਲ ਵੀ ਇੱਕ ਵੀਡੀਓ ਬਣਾਈ ਸੀ, ਅਮੀਰ ਤਰ ਅਮੀਰ ਹੋਈ ਜਾ ਰਿਹਾ, ਗਰੀਬ ਤਰ ਗਰੀਬ ਹੋਈ ਜਾ ਰਿਹਾ। ਉਹ ਲੇਕਿਨ ਐਸੇ ਗੱਲੇ ਹੀ ਹੁੰਦਾ ਪਿਆ, ਅਸੀਂ ਇੱਕ ਦੂਜੇ ਦੀ ਸਪੋਰਟ ਨਹੀਂ ਕਰਦੇ ਪਏ, ਅਸੀਂ ਇੱਕ ਦੂਜੇ ਦਾ ਜੁੱਟ ਨਹੀਂ ਬਣਦੇ ਪਏ। ਜਿਸ ਦਿਨ ਅਸੀਂ ਇੱਕ ਦੂਸਰੇ ਦਾ ਜੁੱਟ ਬਣ ਗਏ ਤੇ ਯਕੀਨ ਕਰੋ ਕਿ ਅਸੀਂ ਕਾਮਯਾਬ ਹਾਂ। ਸਿੰਪਲ ਮਿਸਾਲ ਹੈ, ਪਿੰਡਾਂ ਵਾਲੀ ਮਿਸਾਲ ਹੈ। ਮੈਂ ਪੇਂਡੂ ਬੰਦਾ ਵਾਂ, ਮੈਂ ਕੋਈ ਸ਼ਹਿਰੀ ਤੇ ਕੋਈ ਮੰਮੀ ਡੈਡੀ ਬੰਦਾ ਨਹੀਂ ਹੈ, ਮੈਂ ਪੇਂਡੂ ਖਾਸ ਪੇਂਡੂ ਬੰਦਾ ਵਾਂ। ਅਸੀਂ ਸਾਡੇ ਪਿੰਡਾਂ 'ਚ ਵਡੇਰੇ ਮਿਸਾਲ ਦਿੰਦੇ ਨੇ, ਇਹ ਹੱਥ ਹੈ, ਅੰਗੂਠਾ ਹਾਲੀ ਕੋਈ ਵੈਲਿਊ ਨਹੀਂ, ਇਸ ਉਂਗਲ ਦੀ ਕੱਲੀ ਹੋਵੇ ਕੋਈ ਵੈਲਿਊ ਨਹੀਂ, ਇਹਦੀ ਵੀ ਕੋਈ ਵੈਲਿਊ ਨਹੀਂ, ਕੱਲੀ ਦੀ ਕੋਈ ਵੈਲਿਊ ਨਹੀਂ। ਲੇਕਿਨ ਜਿਸਲੇ ਪੰਜਾ ਹੁੰਦਾ ਹੈ, ਜਿਹੜੇ ਮੁੱਠੀ ਬੰਦ ਹੁੰਦੀ ਹੈ, ਸਰ ਵੈਲਿਊ ਇਹਦੀ ਹੈ। ਜਿਸਲੇ ਇਹ ਕਰ ਲੋਗੇ ਨੇ, ਇੱਕ ਜੁੱਟ ਬਣ ਜਾਓਗੇ ਨਾ, ਯਕੀਨ ਕਰੋ ਕਿ ਹਰ ਕੰਮ ਸਿੱਧੇ ਹੋ ਜਾਣਦੇ, ਹਰ ਚੀਜ਼ ਹੋ ਜਾਏਗੀ। ਇੱਥੇ ਜਿਹੜੇ ਹਾਲਾਤ ਚੱਲਦੇ ਪਏ ਨੇ, ਇੱਕ ਦੂਜੇ ਨੂੰ ਮਾਰਦੇ ਪਏ ਨੇ, ਇੱਕ ਦੂਜੇ ਨੂੰ ਲੁੱਟਦੇ ਪਏ ਨੇ, ਉਹ ਨਹੀਂ। ਅਸੀਂ ਜਿਸਲੇ ਇੱਕ ਦੂਜੇ ਦੀ ਮਦਦ ਕਰਾਂਗੇ, ਹੈਲਪ ਕਰਾਂਗੇ, ਇੱਕ ਦੂਜੇ ਦੇ ਦੁੱਖ ਸ਼ੇਅਰ ਕਰਾਂਗੇ ਤੇ ਸਰ ਜੀ ਹਰ ਕੰਮ ਹੀ ਸਿੱਧੇ ਹੋ ਜਾਣਦੇ, ਹਰ ਕੰਮ ਹੀ ਸਿੱਧੇ ਹੋ ਜਾਣਦੇ। ਅਸੀਂ ਬੜੀ ਜਲਦੀ ਜਨਾਬ ਜੀ ਉਮਰਾ ਕਰਨ ਟੁਰ ਜੀਦਾ ਜੀ, ਫਲਾਣੇ ਨੂੰ ਕੀ ਕੀਤਾ, ਕਿਸੇ ਚੌਧਰੀ ਨੇ ਉਮਰਾ ਕਰਾ ਛੜਿਆ। ਮੈਨੂੰ ਦੱਸੋ ਉਸ ਉਮਰੇ ਦਾ ਫਾਇਦਾ ਕੀ ਜਿਹੜੇ ਚੌਧਰੀ ਨੇ ਉਹਨੂੰ ਉਮਰਾ ਕਰਾ ਛੜਿਆ? ਉਹਨੇ ਤਾਂ 2.5 ਲੱਖ ਰੁਪਇਆ ਕਰਕੇ ਉਮਰੇ ਤੇ ਭੇਜ ਛੜਿਆ, ਲੇਕਿਨ ਉਹਨੇ ਜਿਹੜਾ ਆਪਣੇ ਕੋਲ ਖਰਚਾ ਕਰਨਾ, ਤੁਹਾਨੂੰ ਪਤਾ ਸਾਡੀਆਂ ਰਸਮਾਂ ਨੇ ਨਾ, ਉੱਥੋਂ ਜਨਾਬ ਜੀ ਤਸਬੀਹ, ਮਸੱਲਾ, ਕਟੋਪੀ, ਇਹ ਚੀਜ਼ਾਂ ਲਿਆਉਣੀਆਂ ਨੂੰ ਪੈਸਿਆਂ ਦੀਆਂ ਆਉਣੀਆਂ ਨੇ। ਉਹਨੇ ਨਾਲ ਆਪਣਾ ਵੀ 2-2.5 ਲੱਖ ਲਾ ਲੈਣਾ, ਤੇ ਮੈਨੂੰ ਦੱਸੋ ਉਹਨੇ ਕਰਜ਼ਾ ਚੁੱਕ ਕੇ ਆਪਣੇ ਤੇ ਵੀ ਲਾ ਛੜਿਆ, ਕੀ ਫਾਇਦਾ? ਉਹਦੇ ਨਾਲ ਬਿਹਤਰ ਨਹੀਂ ਹੈ
ਕਿ ਉਹ ਹੀ ਜਿਹੜਾ 2.5 ਲੱਖ ਤੁਸੀਂ ਉਮਰੇ ਵਾਸਤੇ ਉਹਨੂੰ ਦਿੰਦੇ ਪਿਓ, ਅੱਲਾਹ ਪਾਕ ਮਾਫੀ ਦੇ। ਮੈਂ ਇਸ ਗੱਲੇ ਨਹੀਂ ਕਹਿੰਦਾ ਵੀ ਉਮਰਾ ਨਹੀਂ ਕਰਨਾ ਚਾਹੀਦਾ, ਕਰਨਾ ਚਾਹੀਦਾ। ਅੱਲਾਹ ਪਾਕ ਨੇ ਅਗਰ ਤੁਹਾਨੂੰ ਤੌਫੀਕ ਦਿੱਤੀ ਹੈ, ਤੁਹਾਡੇ ਕੋਲ ਰੁਪਈਏ ਹੈ ਨੇ, ਸਾਰੇ ਆਪਣੇ ਰਿਸ਼ਤੇਦਾਰਾਂ ਦੇ, ਬਰਾਦਰੀ ਦੇ ਨਾਲ, ਹਮਸਾਇਆਂ ਦੇ, ਗਰੀਬਾਂ ਦੇ ਹਕੂਕ ਪੂਰੇ ਹੋ ਜਾਂਦੇ ਨੇ। ਤੁਹਾਡੇ ਹਕੂਕਾਂ ਤੋਂ ਬਾਅਦ ਤੁਸੀਂ ਉਮਰਾ ਵੀ ਕਰੋ, ਅੱਜ ਵੀ ਕਰੋ। ਅਗਰ ਤੁਸੀਂ ਬਰਾਦਰੀ, ਰਿਸ਼ਤੇਦਾਰਾਂ ਵਿੱਚ ਹਮਸਾਇਆਂ ਦੇ ਹਕੂਕ ਹੀ ਨਹੀਂ ਪੂਰੇ ਕਰ ਸਕਦੇ ਪਏ, ਤੁਸੀਂ ਉਮਰਾ ਕਰਨ ਜਾਂਦੇ ਪਿਓ, ਮੇਰੀ ਨਜ਼ਰ ਵਿੱਚ, ਮੈਂ ਅਗਰ ਗਲਤ ਵੀ ਹਾਂ ਤੇ ਮੈਨੂੰ ਦੱਸ ਛੜਿਓ, ਮੇਰੀ ਨਜ਼ਰ 'ਚ ਉਸ ਉਮਰੇ ਦਾ ਫਾਇਦਾ ਨਹੀਂ ਹੈ। ਕਿਉਂ ਤੁਸੀਂ ਹੋਰ ਭਾਰ ਪਾਉਂਦੇ ਪਿਓ? ਉਹਦੇ ਨਾਲ ਬਿਹਤਰ ਜਿਹੜਾ ਉਹਨੂੰ 2.5 ਲੱਖ ਉਮਰੇ ਵਾਸਤੇ ਦਿੰਦੇ ਪਿਓ, ਉਹਦੇ ਘਰ ਦੋ ਕੋ ਉਹਦਾ ਖਰਚਾ ਚੱਲ ਸਕੇ। ਉਹਨੂੰ ਕੋਈ 2.5 ਲੱਖ ਵਿੱਚ ਛੋਟਾ ਮੋਟਾ ਬਿਜ਼ਨਸ ਕਰ ਦਿਓ, ਰੇਹੜੀ ਲਾ ਦਿਓ, ਕੋਈ ਚੀਜ਼ ਕਰ ਦਿਓ, ਉਹਦਾ ਰੋਜ਼ਗਾਰ ਚੱਲ ਸਕੇ। ਇਸ ਤੋਂ ਵੱਡਾ ਸਵਾਬ ਵਾਲਾ ਕੰਮ ਮੈਨੂੰ ਨਹੀਂ ਲੱਗਦਾ ਕੋ ਹੋਵੇ। ਲੇਕਿਨ ਅਸੀਂ ਉਸ ਵੇਲੇ ਆਉਣਾ ਹੀ ਨਹੀਂ ਹੈ, ਅਸੀਂ ਉਸ ਵੇਲੇ ਜਾਣਾ ਹੀ ਨਹੀਂ ਹੈ। ਅਸੀਂ ਕੀ ਸੋਚਣਾ? ਬਸ ਦੁਨੀਆਦਾਰੀ ਵਾਸਤੇ ਜੀ ਫਲਾਣੇ ਨੇ ਤਸਵੀਰ ਖਿੱਚ ਛੜੀ ਹੈ, ਇਹ ਚੀਜ਼ ਅਸੀਂ ਕਰਨੇ ਪਏ। ਮੈਂ ਹੁਣ NGO ਓਪਨ ਕੀਤੀ ਹੈ, MAF, ਮੁਹੰਮਦ ਅਸ਼ਰਫ ਫਾਊਂਡੇਸ਼ਨ, ਮੈਂ ਓਪਨ ਕੀਤੀ ਹੈ। ਲੇਕਿਨ ਮੈਂ ਇਸ ਗਰਜ਼ ਤੇ ਨਹੀਂ ਓਪਨ ਕੀਤੀ ਕਿ ਜਨਾਬ ਜੀ ਕਿ ਨਹੀਂ ਮਸ਼ਹੂਰੀ ਵਾਸਤੇ ਜਾਂ ਕਿਸੇ ਚੀਜ਼ ਵਾਸਤੇ, ਨਹੀਂ। ਉਹ ਸਿਰਫ ਔਰ ਸਿਰਫ ਓਪਨ ਕੀਤੀ ਹੈ ਕਿਸੇ ਨਾ ਕਿਸੇ ਗਰੀਬ ਦੀ ਮਦਦ ਕਰ ਸਕੀਏ, ਉਹਨਾਂ ਨੂੰ ਪਤਾ ਲੱਗ ਜੇ ਕਿ ਇਹਨਾਂ ਨੇ NGO ਬਣਾਏ ਆ। ਅਸੀਂ ਜਿੰਨੇ ਕੁ ਹਾਂ, ਅਸੀਂ ਇਹ ਨਹੀਂ ਆਖਦੇ ਅਸੀਂ ਬੜੇ ਵੱਡੇ ਹਾਂ, ਜਿੰਨੇ ਕੁ ਹੋ ਸਕਦੇ ਹਾਂ, 10,000, 20,000, 50,000, 500, ਜਿੰਨੇ ਕੁ ਹੋ ਸਕਦੇ ਅਸੀਂ ਕਿਸੇ ਦੀ ਹੈਲਪ ਕਰ ਸਕੀਏ। ਅਸੀਂ ਕਮ ਸੇ ਕਮ ਇੰਨਾ ਜਿੰਨਾ ਕੁ ਹੋ ਸਕਦਾ ਅਸੀਂ ਉਹਨਾਂ ਤੇ ਕਰ ਸਕਨੇ ਆ ਨਾ। ਇਹ ਇਨਸ਼ਾਅੱਲਾ ਥੋੜੇ ਦਿਨਾਂ ਦੀ ਵੀ ਵੀਡੀਓ ਤੁਹਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਦੀਆਂ ਕਿ ਅਸੀਂ ਇਹਦੀ ਹੈਲਪ ਕੀਤੀ ਪ੍ਰੋਪਰ ਤਰੀਕੇ ਨਾਲ ਤੇ ਰੂਲ ਨਾਲ। ਜਿਹੜਾ ਵਾਕਈ ਇਹਦਾ ਹੱਕਦਾਰ ਹੈ ਵੇ, ਉਹਨੂੰ ਬਿਠਾ ਕੇ ਉਹਦੀ ਵੀਡੀਓ ਬਣਾ ਕੇ, ਕਿਸ ਚੀਜ਼ ਐ ਨਹੀਂ ਕਿ ਉਹਦਾ ਚਿਹਰਾ ਨਹੀਂ ਲਿਆਉਣਾ ਚਾਹੁੰਦੇ, ਅਸੀਂ ਚਿਹਰਾ ਨਹੀਂ ਲਿਆਵਾਂਦੇ, ਚਿਹਰਾ ਨਹੀਂ ਉਹਦਾ ਸ਼ੋਅ ਕਰਾਉਂਦੇ, ਲੇਕਿਨ ਉਹਦੀ ਮਜਬੂਰੀ ਦੱਸ ਕੇ ਇਹਨੂੰ ਇਹ ਮਜਬੂਰੀ ਹੈ, ਇਹਦਾ ਇਹ ਮਸਲਾ ਮਸਾਇਲ ਹੈ, ਇਹ ਚੀਜ਼ ਹੈ, ਅਸੀਂ ਉਹਨੂੰ ਉਹਦੀ ਹੈਲਪ ਕਰਨੀ ਵੇ। ਕਿਉਂ ਯਾਰ 10 ਬੰਦੇ ਸਾਨੂੰ ਵੇਖਦੇ ਪਏ ਨੇ, 10 ਬੰਦੇ ਕਿਤੇ ਸਾਨੂੰ ਵੇਖ ਕੇ ਹੀ ਇਹ ਚੀਜ਼ ਦਾ ਫਾਇਦਾ ਉਠਾ ਲੈਣ, ਉਹ ਵੀ ਹੈਲਪ ਇੱਕ ਦੂਸਰੇ ਦੀ ਕਰਨ ਲੱਗ ਪੈਣ। ਮਸ਼ਹੂਰੀ ਵਾਸਤੇ ਨਹੀਂ, ਲੇਕਿਨ ਅਸੀਂ ਲੋਕਾਂ ਨੂੰ ਵਹਾਣਾ ਇਸ ਗੱਲੇ ਕਿ ਉਹ ਵੀ ਇੱਕ ਦੂਜੇ ਦੀ ਹੈਲਪ ਕਰਨ, ਉਹ ਵੀ ਇੱਕ ਦੂਜੇ ਦੀ ਮਦਦ ਕਰਨ, ਉਹ ਵੀ ਵੱਧ ਚੜ ਕੇ ਨੇਕ ਕੰਮ ਵਿੱਚ ਹਿੱਸਾ ਲੈਣ। ਸਰ ਜ਼ਰੂਰੀ ਨਹੀਂ ਕਿ ਤੁਹਾਡੇ 'ਚ ਜੇਬ 'ਚ 10 ਲੱਖ ਹੋਵੇ ਤਾਂ ਫੇਰ ਹੀ ਕੰਮ ਹੁੰਦਾ, ਉਹ ਤੁਹਾਡੀ ਜੇਬ 'ਚ ਰੁਪਈਆ ਵੀ ਹੋਵੇ ਉਹ ਵੀ ਕੰਮ ਹੋ ਸਕਦਾ। ਅਗਰ ਮੈਂ ਨਾ 0 ਰੁਪਈਏ, 1 ਰੁਪਇਆ ਵੀ ਨਹੀਂ, ਮਦਦ ਫੇਰ ਵੀ ਹੋ ਜਾਂਦੀ। ਉਹ ਕਿਸੇ ਨੂੰ ਚੰਗੀ ਸਲਾਹ ਦੇ ਛੜੋ, ਕਿਸੇ ਨੂੰ ਅੱਛਾ ਮਸ਼ਵਰਾ ਦੇ ਛੜੋ। ਅਗਰ ਦੋ ਭਰਾ ਲੜਨ ਲੱਗੇ ਨੇ ਉਹਨਾਂ ਦੀ ਸੁਲ੍ਹਾ ਕਰਾ ਛੜੋ। ਅਗਰ ਕਿਸੇ ਕਿਤੇ ਘਰ ਭੰਡੀ ਪਈ ਹੈ, ਬਹਿ ਕੇ ਉਹਦੀ ਸੁਲ੍ਹਾ ਕਰਾ ਛੜੋ। ਅਗਰ ਕੋਈ ਬੰਦਾ ਗਲਤ ਕੰਮ ਕਰਦਾ ਪਿਆ, ਉਹਨੂੰ ਬਹਿ ਕੇ ਤਰੀਕੇ ਨਾਲ ਸਮਝਾ ਛੜੋ। ਸਰ ਇਹ ਵੀ ਨੇਕ ਕੀ ਹੈ, ਇਹ ਵੀ ਕਿਸੇ ਨੂੰ ਨੇਕ ਰਾਹ ਤੇ ਲਾਣਾ, ਇਹ ਵੀ ਸਵਾਬ ਹੈ। ਲੇਕਿਨ ਇਹ ਚੀਜ਼ਾਂ ਤੁਹਾਨੂੰ ਮੈਂ ਤਾਂ ਸਾਰੀਆਂ ਦੱਸਣਾ ਪਿਆ ਕਿ ਇਸ ਚੀਜ਼ਾਂ ਵਿੱਚ ਵੱਧ ਚੜ ਕੇ ਹਿੱਸਾ ਲਓ। ਫਾਰਮਰ ਸਾਡੇ ਦੇ ਬਾਰੇ 'ਚ ਸੋਚੋ, ਜਿਹੜੇ ਸਾਡੇ ਮੁਲਕੀ ਹਾਲਾਤ ਜਾਂਦੇ ਪਏ ਨੇ, ਇਹ ਤੁਹਾਡੇ ਸਾਹਮਣੇ ਹੀ ਨੇ। ਇਹਦੇ ਤੇ ਵੀ ਗੌਰ ਕਰੋ, ਇਹਦੇ ਤੇ ਵੀ ਵੇਖੋ ਕੀ ਅਸੀਂ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ। ਲੇਕਿਨ ਯਾਦ ਰੱਖਿਓ, ਜਿੰਨਾ ਚਿਰ ਅਸੀਂ ਆਪੂ ਉੱਠ ਕੇ ਸਾਹਮਣੇ ਨਹੀਂ ਨਾ ਆਉਣਾ, ਸਾਡੇ ਥਾਲੀ 'ਚ ਰੱਖ ਕੇ ਕਿਸੇ ਵੀ ਰੋਟੀ ਨਹੀਂ ਦੇਣੀ ਹੈ। ਸਾਨੂੰ ਬਾਹਰ ਨਿਕਲ ਕੇ ਆਵਾਜ਼ ਉਠਾਣੀ ਪੈਣੀ ਹੈ, ਤੁਹਾਡਾ ਰਾਈਟ ਹੈ, ਤੁਹਾਡਾ ਹੱਕ ਹੈ। ਇਹ ਤੁਸੀਂ ਜਿੰਨਾ ਚਿਰ ਆਵਾਜ਼ ਨਹੀਂ ਉਠਾਓਗੇ ਤੇ ਤੁਹਾਨੂੰ ਕੋਈ ਵੀ ਥਾਲੀ 'ਚ ਰੱਖ ਕੇ ਖਾਣਾ ਨਹੀਂ ਦੇ ਲਿਆ। ਉਹ ਬੱਚੇ ਨੂੰ ਉਹਨਾਂ ਚਿਰ ਮਾਂ ਦੁੱਧ ਨਹੀਂ ਦਿੰਦੀ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਹੈ। ਉਹ ਤੁਸੀਂ ਤੇ ਫੇਰ ਵੀ ਇਨਸਾਨ, ਅੱਲਾਹ ਪਾਕ ਨੇ ਤੁਹਾਨੂੰ ਅਕਲ ਦਿੱਤੀ ਹੈ, ਤੇ ਫਿਰ ਅਸੀਂ ਉਹਦਾ ਇਸਤੇਮਾਲ ਕਰਕੇ ਕਿਉਂ ਨਹੀਂ ਕਰਦੇ? ਜਿੱਥੇ ਕੋਈ ਡਰ ਹੈ, ਜਿੱਥੇ ਕੋਈ ਮਸਲਾ ਮਸਾਇਲ ਹੈ, ਜਿੱਥੇ ਕੋਈ ਤੁਹਾਨੂੰ ਸਮਝਦਾ ਪਿਆ, ਝੱਕ ਹੈ, ਡਰ ਲੱਗਦਾ, ਇਹ ਗੁੱਜਰ ਭਰਾ ਤੁਹਾਡੇ ਨਾਲ ਹੈ। ਜਿਹੜੀ ਜਗ੍ਹਾ ਤੇ ਆਖੋਗੇ ਤੁਹਾਡੇ ਨਾਲ ਖੜਾ ਹੋਵੇਗਾ। ਲੇਕਿਨ ਹੱਕ ਸੱਚ ਤੇ, ਕਿਸੇ ਗਰੀਬ ਦੀ ਮਦਦ ਕਰਨੇ ਤੇ, ਕਿਸੇ ਨੂੰ ਲੁੱਟਣੇ ਵਿੱਚ ਨਹੀਂ। ਫਾਰਮਰ ਦੀ ਮਦਦ ਕਰੋ, ਤੁਹਾਡੇ ਨਾਲ ਆ। ਕਿਸੇ ਗਰੀਬ ਦੀ ਮਦਦ ਕਰੋ, ਤੁਹਾਡੇ ਨਾਲ ਆ। ਤੁਹਾਡਾ ਕੋਈ ਹੱਕ ਲੈਂਦਾ ਪਿਆ, ਤੁਹਾਡੇ ਨਾਲ ਆ। ਲੇਕਿਨ ਸਭ ਨਾਲ ਪਹਿਲੀ ਗੱਲ ਹੈ, ਤੁਸੀਂ ਆਪਣੀ ਆਵਾਜ਼ ਤੇ ਬੁਲੰਦ ਕਰੋ ਨਾ। ਆਵਾਜ਼ ਬੁਲੰਦ ਕਰੋਗੇ ਤੇ ਦੂਸਰੇ ਵੀ ਤੁਹਾਡੇ ਨਾਲ ਟੁਰਨਗੇ। ਲੇਕਿਨ ਅਸੀਂ ਆਵਾਜ਼ ਬੁਲੰਦ ਨਹੀਂ ਕਰਨੀ, ਅਸੀਂ ਇੱਕ ਦੂਜੇ ਨੂੰ ਵੇਖਣਾ। ਪਹਿਲਾਂ ਸਾਡੇ ਅੱਗੇ ਉਹ ਲੱਗੇ ਨਾ, ਸਾਡੇ ਅੱਗੇ ਉਹ ਲੱਗੇ ਨਾ। ਉਹ ਮਾਮਾ ਤੁਸੀਂ ਕਿਉਂ ਨਹੀਂ ਅੱਗੇ ਲੱਗ ਸਕਦੇ? ਤੁਸੀਂ ਚੂੜੀਆਂ ਪਾਈਆਂ ਨੇ, ਤੁਸੀਂ ਰੋਟੀ ਨਹੀਂ ਖਾਂਦੇ, ਤੁਹਾਨੂੰ ਅੱਲਾਹ ਪਾਕ ਨੇ ਅਕਲ ਨਹੀਂ ਦਿੱਤੀ, ਤੁਸੀਂ ਕਿਉਂ ਨਹੀਂ ਅੱਗੇ ਲੱਗਦੇ? ਹਰ ਇੱਕ ਨੂੰ ਇਹ ਕਿਉਂ ਸੋਚਣਾ ਕਿ ਅੱਗੇ ਉਹ ਲੱਗੇ, ਉਹ ਲੱਗੇ? ਅਸੀਂ ਆਪੂ ਅੱਗੇ ਲੱਗ ਨਹੀਂ ਸਕਦੇ। ਜਿਸ ਦਿਨ ਤੁਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਆਪੂ ਅੱਗੇ ਲੱਗਣਾ, ਯਕੀਨ ਕਰੋ ਹਰ ਚੀਜ਼ ਸਿੱਧੀ ਹੋ ਜਾਏਗੀ, ਹਰ ਚੀਜ਼ ਤੁਹਾਡੇ ਕੰਟਰੋਲ 'ਚ ਹੋ ਜਾਏਗੀ। ਲੇਕਿਨ ਸਭ ਨਾਲ ਪਹਿਲੀ ਗੱਲ ਹੈ, ਤੁਸੀਂ ਅੱਗੇ ਲੱਗੋ। ਹਰ ਬੰਦਾ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੇ ਪੂਰੀ ਕਰੇ ਨਾ। TV ਅੱਗੇ ਬਹਿ ਕੇ ਸਿਰਫ ਇਹ ਨਹੀਂ ਆਸਣਨਾ ਸਾਡੇ ਮੁਲਕ ਦੇ ਹਾਲਾਤ ਖਰਾਬ, ਮੁਲਕ ਸਾਡਾ ਹੈ ਹੀ ਇੰਜੇ ਦਾ, ਇਹਦੇ ਕੋਲੇ ਹੈ ਹੀ ਕੱਖ ਨਹੀਂ, ਇਹਨਾਂ ਲੁੱਟ ਕੇ ਕਰ ਜਾਣਾ, ਇਹਨਾਂ ਖਰਾਬ ਹੋ ਜਾਣਾ। ਉਹਦੇ ਵਿੱਚ ਹਕੂਮਤ ਤੋਂ ਜ਼ਿਆਦਾ ਸਾਡੀ ਆਵਾਮ ਦਾ ਵੀ ਕਸੂਰ ਹੈ। ਉਹ ਆਵਾਮ ਕਿਉਂ ਨਹੀਂ ਬਾਹਰ ਨਿਕਲਦੀ? ਹੱਕ ਸੱਚ ਵਾਸਤੇ ਕਿਉਂ ਨਹੀਂ ਆਵਾਜ਼ ਉਠਾਉਂਦੀ? ਉਹ ਹੱਕ ਸੱਚ ਵਾਸਤੇ ਆਵਾਜ਼ ਤੇ ਉਠਾਓ ਨਾ। ਤੁਸੀਂ ਤਾਂ ਸਿੱਧੇ ਹੋਵੋ ਨਾ, ਦੂਜੇ ਆਟੋਮੈਟਿਕ ਸਿੱਧੇ ਹੋ ਜਾਣਦੇ। ਪਹਿਲਾਂ ਆਪਣਾ ਅੰਦਰ ਸਿੱਧਾ ਕਰੋ, ਹਰ ਚੀਜ਼ ਸਿੱਧੀ ਹੋ ਜਾਏਗੀ।
ਲੇਕਿਨ ਨਹੀਂ, ਅਸੀਂ ਹੋਣਾ ਹੀ ਨਹੀਂ, ਅਸੀਂ ਹੋਣਾ ਚਾਹੁੰਦੇ ਹੀ ਨਹੀਂ ਹੈ, ਸਾਡੇ 'ਚੋਂ ਜਜ਼ਬਾ ਹੀ ਨਹੀਂ ਹੈ। ਅਸੀਂ ਸਿਰਫ ਚਾਹੁੰਦੇ ਹਾਂ ਜਾਈਏ ਬਾਹਰ, ਜਾਈਏ 1000 ਦੀ ਦਿਹਾੜ ਲਾਈਏ ਤੇ ਘਰ ਆ ਜਾਈਏ। ਉਹ 1000 ਦੀ ਦਿਹਾੜ ਅੱਲਾ ਦੇ ਬੰਦੇ, ਉਹ ਖਾਣਾ ਡੰਗਰ ਵੀ ਖਾਂਦੇ ਨੇ। ਡੰਗਰਾਂ ਵਿੱਚ ਤੇ ਇਨਸਾਨਾਂ ਵਿੱਚ ਕੋਈ ਫਰਕ ਤੇ ਅਸੀਂ ਰੱਖੀਏ ਨਾ। ਸਾਨੂੰ ਅੱਲਾਹ ਪਾਕ ਨੇ ਅਕਲ ਦਿੱਤੀ, ਅਸੀਂ ਕਿਉਂ ਨਹੀਂ ਸੋਚਦੇ, ਕਿਉਂ ਨਹੀਂ ਫੈਸਲਾ ਕਰ ਪਾਉਂਦੇ? ਹਰ ਚੀਜ਼ ਤੁਹਾਡੇ ਨਾਲ, ਅਸੀਂ ਟੁਰਨੇ ਵਾਸਤੇ ਤੁਹਾਡੇ ਨਾਲ ਹਾਂ। 5 ਸਟਾਰ ਫਰਟੀਲਾਈਜ਼ਰ ਵੀ ਤੁਹਾਡੇ ਨਾਲ ਹੈ, ਹਰ ਕਦਮ ਤੇ ਤੁਹਾਡੇ ਨਾਲ ਹੈ। 5 ਸਟਾਰ ਫਰਟੀਲਾਈਜ਼ਰ ਹਰ ਕਦਮ ਤੇ ਫਾਰਮਰ ਦੇ ਨਾਲ ਹੈ। ਜਿੱਥੇ ਅੱਖ ਸੱਚ ਦੀ ਆਵਾਜ਼ ਹੈ, ਉੱਥੇ 5 ਸਟਾਰ ਫਰਟੀਲਾਈਜ਼ਰ ਤੁਹਾਡੇ ਨਾਲ ਹੈ। ਜਿੱਥੇ ਅੱਖ ਉਹਦੇ ਉੱਥੇ ਖੜੀ ਜਾਵੇਗੀ। ਸਜਾਦ ਗੁੱਜਰ ਤੁਹਾਡੇ ਨਾਲ ਹੈ। ਅਸੀਂ ਤੁਹਾਨੂੰ ਪੂਰੀ ਸਪੋਰਟ ਕਰਨੇ ਵਾਸਤੇ ਤਿਆਰ ਹਾਂ, ਹਰ ਫਾਰਮਰ ਨੂੰ ਸਪੋਰਟ ਕਰਨੇ ਵਾਸਤੇ ਤਿਆਰ, ਉਹਦੇ ਨਾਲ ਚੱਲਣੇ ਵਾਸਤੇ ਤਿਆਰ ਹਾਂ। ਲੇਕਿਨ ਉੱਠ ਕੇ ਆਵਾਜ਼ ਤੇ ਉਠਾਓ ਨਾ। ਤੁਸੀਂ ਆਵਾਜ਼ ਉਠਾਓਗੇ ਤੇ ਅਸੀਂ ਤੁਹਾਡੇ ਨਾਲ ਉਠਾਵਾਂਗੇ। ਤੇ ਕੋਈ ਵੀ ਗੱਲ ਮੇਰੀ ਤੁਹਾਡੇ ਦਿਲ ਨੂੰ ਕੋਈ ਦਿਲ ਆਜ਼ਾਰੀ ਹੋਵੇ, ਗਲਤ ਲੱਗੀ ਹੋਵੇ, ਤੇ ਉਹਦੇ ਵਾਸਤੇ ਮੈਂ ਸੌਰੀ ਕਰਨਾ। ਲੇਕਿਨ ਯਾਦ ਰੱਖਿਓ ਕਿ ਮੈਂ ਸਿਰਫ ਤੁਹਾਨੂੰ ਚੀਜ਼ਾਂ, ਤੁਹਾਡੀ ਅੰਦਰ ਦੀ ਆਵਾਜ਼ ਜਗਾਉਣੇ ਵਾਸਤੇ ਲੱਗੇ ਹਾਂ। ਤੇ ਇਸ ਆਵਾਜ਼ ਨੂੰ ਜਗਾਓ, ਜਗਾਓ। ਜਿੰਨਾ ਚਿਰ ਤੁਸੀਂ ਜਗਾਣੀ ਨਹੀਂ, ਉਹਨਾਂ ਚਿਰ ਤੁਹਾਨੂੰ ਮੈਂ ਆਖਦਿਆਂ ਹੀ ਰਹਿਣਾ। ਜਜ਼ਾਕ ਅੱਲਾ। ਅਸਲਾਮ ਅਲੈਕੁਮ।